ਉਤਪਤ ਦਾ 41ਵਾਂ ਭਾਵ ਉਸਦੀ 37 ਆਇਤ ਤੋਂ ਲੈ ਕੇ ਤੇ ਅਸੀਂ ਦੇਖਾਂਗੇ 45 ਆਇਤ ਤੱਕ, ਜਿਸ ਨੂੰ ਮਿਲ ਜਾਏ। मैं पढ़ना चाहता यूसुफ ਦਾ ਹਾਕਮ ਬਣਨਾ। ਫਿਰੌਨ ਅਤੇ ਉਸਦੇ ਸਭ ਮੰਤਰੀਆਂ ਨੂੰ ਯੂਸੁਫ ਦੀ ਇਹ ਯੋਜਨਾ ਬਹੁਤ ਚੰਗੀ ਲੱਗੀ। ਇਸ ਲਈ ਰਾਜਾ ਨੇ ਮੰਤਰੀਆਂ ਨੂੰ ਕਿਹਾ, ਸਾਨੂੰ ਇਸ ਤੋਂ ਚੰਗਾ ਆਦਮੀ ਕਿੱਥੇ ਮਿਲ ਸਕਦਾ ਹੈ ਜਿਸ ਵਿੱਚ ਪਰਮੇਸ਼ਵਰ ਦਾ ਆਤਮਾ ਹੋਵੇ। ਫਿਰ ਰਾਜੇ ਨੇ ਯੂਸੁਫ ਨੂੰ ਕਿਹਾ, ਪਰਮੇਸ਼ਵਰ ਨੇ ਇਹ ਸਭ ਭੇਤ ਤੇਰੇ ਤੇ ਪ੍ਰਗਟ ਕੀਤੇ ਹਨ ਅਤੇ ਤੇਰੇ ਤੋਂ ਬੁੱਧੀਮਾਨ ਸਾਨੂੰ ਹੋਰ ਆਦਮੀ ਨਹੀਂ ਮਿਲ ਸਕਦਾ ਹੈ। ਇਸ ਲਈ ਮੈਂ ਤੈਨੂੰ ਆਪਣੀ ਸਾਰੀ ਹਾਕਮ ਬਣਾਉਂਦਾ ਹਾਂ। ਸਭ ਲੋਕ ਤੇਰੇ ਹੁਕਮ ਮੰਨਣਗੇ। ਮੈਂ ਕੇਵਲ ਤੇਰੇ ਤੋਂ ਉੱਤੇ ਰਾਜਾ ਦੇ ਰੂਪ ਵਿੱਚ ਹੀ ਹੋਵਾਂਗਾ। ਫਿਰੌਨ ਨੇ ਯੂਸੁਫ ਨੂੰ ਅੱਗੇ ਕਿਹਾ, ਸੋ ਹੁਣ ਮੈਂ ਤੈਨੂੰ ਸਾਰੇ ਮਿਸਰ ਦਾ ਹਾਕਮ ਥਾਪਦਾ ਹਾਂ। ਇਸ ਦੇ ਪਿੱਛੋਂ ਫਿਰੌਨ ਨੇ ਆਪਣੇ ਹੱਥ ਸ਼ਾਹੀ ਅੰਗੂਠੀ ਰਾਜਾ ਦੇ ਮੋਹਰ ਵਾਲੀ ਲਾ ਕੇ ਯੂਸੁਫ ਦੇ ਹੱਥ ਪਾ ਦਿੱਤੀ। ਉਸਨੇ ਯੂਸੁਫ ਨੂੰ ਸ਼ਾਹੀ ਵਸਤਰ ਪਹਿਨਾਏ ਅਤੇ ਉਸਦੇ ਗਲ ਵਿੱਚ ਸੋਨੇ ਦੀ ਸ਼ਾਹੀ ਮਾਲਾ ਵੀ ਪਾਈ। ਉਸਨੇ ਯੂਸੁਫ ਨੂੰ ਆਪਣੇ ਦੂਜੇ ਸ਼ਾਹੀ ਰੱਥ ਉੱਤੇ ਬਿਠਾਇਆ ਅਤੇ ਉਸਦੇ ਨੌਕਰ ਉਸਦੇ ਅੱਗੇ ਅੱਗੇ ਇਹ ਕਹਿ ਕੇ ਚੱਲੇ, ਆਪਣੇ ਸਿਰ ਨੀਵੇਂ ਕਰੋ। ਇਸ ਤਰ੍ਹਾਂ ਯੂਸੁਫ ਪੂਰੇ ਮਿਸਰ ਦਾ ਹਾਕਮ ਬਣ ਗਿਆ। ਤਦ ਫਿਰੌਨ ਨੇ ਯੂਸੁਫ ਨੂੰ ਕਿਹਾ, ਇਹ ਮੇਰਾ ਫਿਰੌਨ ਦਾ ਹੁਕਮ ਹੈ। ਤੇਰੀ ਆਗਿਆ ਦੇ ਬਿਨਾਂ ਪੂਰੇ ਮਿਸਰ ਵਿੱਚ ਕੋਈ ਮਨੁੱਖ ਵੀ ਆਪਣਾ ਹੱਥ ਪੈਰ ਤੱਕ ਨਹੀਂ ਹਿਲਾਵੇਗਾ। ਫਿਰੌਨ ਨੇ ਯੂਸੁਫ ਦਾ ਮਿਸਰੀ ਨਾਂ ਸਫਨਤ ਪਨਿਆ ਰੱਖਿਆ ਅਤੇ ਉਸਦਾ ਵਿਆਹ ਪੁਜਾਰੀ ਪੋਟੀਫਰ ਦੀ ਧੀ ਅਸਨਾਤ ਨਾਲ ਕਰ ਦਿੱਤਾ। ਆਮੀਨ। ਸੋ ਅਸੀਂ ਹੁਣ ਇੱਥੇ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਪ੍ਰਭੂ ਨੇ ਯੂਸੁਫ ਨੂੰ ਉੱਚਾ ਚੁੱਕਿਆ। ਜੇਲ੍ਹ ਤੋਂ ਦੇਸ਼ ਦਾ ਹਾਕਮ ਔਰ ਉੱਥੇ ਮੰਤਰੀਆਂ ਦਾ ਢੇਰ ਲੱਗਾ ਹੈ, ਲੇਕਿਨ ਜਿਹੜਾ ਉਹਨਾਂ ਦਾ ਸਭ ਤੋਂ ਇੰਪੋਰਟੈਂਟ ਗਾਡ ਆ ਉਸਦਾ ਨਾਂ ਅਗਰ ਅਸੀਂ ਦੇਖਦੇ ਪਏ ਹਾਂ ਤੇ ਉਸਦਾ ਜਿਹੜਾ ਨਾਮ ਆ ਉਹ ਉਹਨਾਂ ਦਾ ਸਾਰਿਆਂ ਤੋਂ ਜ਼ਿਆਦਾ ਇੰਪੋਰਟੈਂਟ ਗਾਡ ਆ ਔਰ ਇਸਦਾ ਨਾਮ ਹਾਪੀ ਆ। ਹਾਪੀ ਜਿਹੜਾ ਇਸਦੀ ਜਿਹੜੀ ਜ਼ਿੰਮੇਵਾਰੀ ਆ ਉਹ ਬਹੁਤ ਸਿੰਪਲ ਆ। ਹਰੇਕ ਸਾਲ ਨਾਇਲ ਦੇ ਵਿੱਚ ਫਲੱਡ ਆਉਂਦਾ ਸੀ ਔਰ ਜਿਹੜਾ ਨਾਇਲ ਦਰਿਆ ਉਹ ਸੁਡਾਨ ਤੋਂ ਚੱਲਦਾ, ਦੁਨੀਆ ਦਾ ਸਭ ਤੋਂ ਲੰਬਾ ਦਰਿਆ ਐਕਚੁਅਲੀ ਨਾਇਲ ਸੁਡਾਨ ਤੋਂ ਚੱਲਦਾ। ਰਸਤੇ ਦੇ ਵਿੱਚ ਆਉਂਦਾ ਆਉਂਦਾ ਜਿਹੜਾ ਇਹ ਦਰਿਆ ਬਹੁਤ ਸਾਰੀ ਪੀਲੀ ਤੇ ਕਾਲੀ ਮਿੱਟੀ ਜਿਹੜੀ ਨਿਊਟ੍ਰੀਸ਼ਨਸ ਦੇ ਨਾਲ ਭਰੀ ਪਈ ਹੁੰਦੀ ਸੀ ਉਹ ਲੈ ਕੇ ਆਉਂਦਾ ਸੀ। ਔਰ ਜਿਸ ਵੇਲੇ ਈਜਿਪਟ ਦੇ ਵਿੱਚ ਫਲੱਡ ਆਉਂਦਾ ਸੀ ਔਰ ਜਿਸ ਵੇਲੇ ਸਾਨੂੰ ਉਹ ਪਿਕਚਰ ਦਿਖਾਉਂਦੀ ਪਈ ਸੀ, ਉੱਪਰੋਂ ਆਕਾਸ਼ ਤੋਂ ਪਿਕਚਰ ਦਿਖਾਉਂਦੀ ਪਈ ਸੀ ਔਰ ਅੱਗੇ ਜਾ ਕੇ ਉਹ ਫੈਲ ਜਾਂਦਾ ਸੀ, ਉਸ ਇਲਾਕੇ ਦੇ ਵਿੱਚ ਆ ਕੇ ਮਿੱਟੀ ਵਸਾ ਦਿੰਦਾ, ਉਸ ਨਵੀਂ ਮਿੱਟੀ ਨੂੰ ਖਿਲਾਰ ਦਿੰਦਾ ਸੀ ਔਰ ਜਿਸ ਦੇ ਨਾਲ ਉਸ ਤੋਂ ਬਾਅਦ ਸਾਰਾ ਸਾਲ ਉੱਥੇ ਫਸਲ ਉੱਗਦੀ ਸੀ। ਉਸ ਫਸਲ ਦੇ ਨਾਲ ਸਾਰਾ ਈਜਿਪਟ ਔਰ ਬਹੁਤ ਸਾਰਾ ਦੂਸਰੇ ਪਾਸੇ ਅਫਰੀਕਾ ਤੇ ਇਧਰਲੇ ਪਾਸੇ ਕਨਾਨ ਦਾ ਜਿਹੜਾ ਇਲਾਕਾ ਉਹ ਲੋਕਾਂ ਦਾ ਸੀ। ਔਰ ਇੱਕ ਤਰ੍ਹਾਂ ਦੀ ਤੁਸੀਂ ਇਹ ਕਹਿ ਸਕਦੇ ਜਿੱਦਾਂ ਅਸੀਂ ਪੰਜਾਬ ਨੂੰ ਕਹਿੰਦੇ ਪੰਜਾਂ ਦਰਿਆਵਾਂ ਦੀ ਧਰਤੀ ਕਹਿੰਦੇ ਆ, ਉਹਨਾਂ ਪੰਜਾਂ ਦਰਿਆਵਾਂ ਦੇ ਕਰਕੇ ਉਸਨੂੰ ਰੋਟੀ ਦੀ ਟੋਕਰੀ ਕਿਹਾ ਜਾਂਦਾ, ਬਾਸਕਟ ਆਫ ਬ੍ਰੈਡ ਕਿਹਾ ਜਾਂਦਾ। ਇਸੇ ਤਰ੍ਹਾਂ ਜਿਹੜਾ ਨੀਲ ਦਰਿਆ ਆ ਉੱਥੇ ਦੇ ਲਈ ਅੱਜ ਵੀ ਅਸੀਂ ਅੱਜ ਦੀਆਂ ਪਿਕਚਰਾਂ ਵੀ ਦੇਖੀਆਂ। ਅਮਨਪੁਰ ਨੇ ਦਿਖਾਇਆ ਕਿ ਕਿਸ ਤਰ੍ਹਾਂ ਉੱਤੋਂ ਗੁਬਾਰੇ ਦੇ ਚੜ੍ਹ ਕੇ ਦਿਖਾਇਆ ਕਿੰਨੀ ਹਰਿਆਲੀ ਆ। ਅੱਜ ਵੀ ਜਿਹੜਾ ਉਹ ਦਰਿਆ ਆ ਉਹਨਾਂ ਦੇ ਲਈ ਬਰਕਤ ਦਾ ਔਰ ਅੱਜ ਵੀ ਜਿਹੜਾ ਸਭ ਕੁਛ ਡਿਪੈਂਡ ਕਰਦਾ ਉਸ ਦਰਿਆ ਦਾ। ਜਿਸਲੇ ਪਾਣੀ ਚੜ੍ਹਦਾ ਉਹ ਪਾਣੀ ਸਟੋਰ ਕੀਤਾ ਜਾਂਦਾ, ਉਸ ਪਾਣੀ ਨੂੰ ਬੰਨਿਆ ਜਾਂਦਾ ਔਰ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਉਹ ਹੋ ਦਰਿਆ ਉਹ ਸਾਰਾ ਇਲਾਕਾ ਅੱਜ ਵੀ ਉਹਦੇ ਉੱਤੇ ਖੜਾ। ਲੇਕਿਨ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪੜ੍ਹਦੇ ਹਾਂ ਕਿ ਪ੍ਰਭੂ ਨੇ ਉਸਨੂੰ ਬਹੁਤ ਬਰਕਤ ਦਿੱਤੀ, ਉਸਨੇ ਸੁਪਨਿਆਂ ਦਾ ਮਤਲਬ ਦੱਸਿਆ, ਲੇਕਿਨ ਪ੍ਰਭੂ ਨੇ ਉਸ ਤੋਂ ਅੱਗੇ ਵੀ ਉਸਨੂੰ ਦਿੱਤਾ ਕਿ ਉਸਨੇ ਸੁਪਨਿਆਂ ਦਾ ਮਤਲਬ ਨਹੀਂ ਦੱਸਿਆ, ਉਸਨੇ ਇਹ ਵੀ ਦੱਸਿਆ ਕਿ ਇਸ ਦਾ ਇਲਾਜ ਕੀ ਹੈ। ਤਾਂ ਫਿਰ ਫੈਰੋ ਨੇ ਕਿਹਾ ਕਿ ਇਹ ਤੋਂ ਚੰਗਾ ਬੰਦਾ ਹੋਰ ਕੌਣ ਹੋ ਸਕਦਾ, ਕਿਉਂ ਨਾ ਇਹਦੇ ਹੱਥ ਦੇ ਵਿੱਚ ਇਹ ਸਾਰਾ ਜਿਹੜਾ ਇਹ ਜਿੰਨਾ ਵੀ
ਜੋ ਕੁਝ ਵੀ ਹੈਗਾ ਇਹਦੇ ਹੱਥ ਦੇ ਵਿੱਚ ਸੌਂਪ ਦਿੱਤਾ ਜਾਏ। ਸੋ ਇਹ ਸਾਨੂੰ ਆਉਣ ਵਾਲਿਆਂ 7 ਸਾਲਾਂ ਦੇ ਵਿੱਚ ਇਹ ਸਾਨੂੰ ਬਚਾਏਗਾ, ਜਿਸ ਵੇਲੇ ਉਹ 7 ਸਾਲ ਆਉਣਗੇ ਜਿਹੜੇ 7 ਸਾਲ ਸਾਡੇ ਲਈ ਇੱਕ ਤਰ੍ਹਾਂ ਦਾ ਕਾਲ ਬਣ ਕੇ ਆਉਣਗੇ। ਸੋ ਯੂਸਫ ਦੇ ਕੋਲ 2 ਚੋਇਸਸ ਸੀਗੀਆਂ ਐਕਚੁਅਲੀ। ਇੱਕ ਸਾਨੂੰ ਬਾਈਬਲ ਦੇ ਵਿੱਚ ਦੱਸੀ ਗਈ, ਦੂਜੀ ਨਹੀਂ ਦੱਸੀ ਗਈ। ਜਿਹੜੀ ਪਹਿਲੀ ਚੀਜ਼ ਸੀਗੀ ਉਹ ਇਹ ਸੀਗੇ 2 ਕੰਮ ਉਸਨੇ ਕਰਨੇ ਸੀ। ਉਸਨੇ ਸਭ ਤੋਂ ਪਹਿਲਾਂ ਜੋ ਅਨਾਜ ਸੀ ਉਸਨੂੰ ਸੰਭਾਲਣਾ ਸੀ, ਔਰ ਨੰਬਰ 2 ਤੇ ਪਾਣੀ, ਪੀਣ ਵਾਲੇ ਪਾਣੀ, ਕਿਉਂਕਿ ਉਹਨਾਂ ਨੂੰ ਪੀਣ ਦੇ ਲਈ ਪਾਣੀ ਵੀ ਚਾਹੀਦਾ ਸੀ। ਸੋ ਉਹ ਜਿਹੜੇ ਉਸਨੇ ਧਰਤੀ ਦੇ ਥੱਲੇ ਅੱਜ ਵੀ ਉਹ ਅਵੇਲੇਬਲ ਆ, ਜਿਹੜੀਆਂ ਚੀਜ਼ਾਂ ਉਸਨੇ ਬਣਾਈਆਂ, ਉਹ ਮੈਂ ਤੁਹਾਨੂੰ ਕੱਲ ਨੂੰ ਦਿਖਾਊਂਗਾ, ਕੱਲ ਨੂੰ ਜਾਂ ਪਰਸੋਂ ਨੂੰ ਦਿਖਾਊਂਗਾ। ਲੇਕਿਨ ਅੱਜ ਅਸੀਂ ਸਿਰਫ ਉਹ ਅਨਾਜ ਦੇ ਭੰਡਾਰ ਜਿਹੜੇ ਉਸਨੇ ਬਣਾਏ ਉਹਨਾਂ ਦੇ ਬਾਰੇ ਅਸੀਂ ਪੜਾਂਗੇ। ਸੋ ਸਭ ਤੋਂ ਪਹਿਲਾਂ ਆਓ ਅਸੀਂ 37 ਆਇਤ ਤੋਂ ਲੈ ਕੇ ਅਸੀਂ ਪੜ੍ਹ ਚੁੱਕੇ ਹਾਂ, ਔਰ ਹੁਣ ਅਸੀਂ 1687 ਸਾਲ ਦੇ ਵਿੱਚ ਆ ਚੁੱਕੇ ਹਾਂ। ਲੇਕਿਨ ਇੱਕ ਚੀਜ਼ ਦੇਖੋ, ਜਿਹੜਾ ਉਸਦਾ ਜਿਹੜਾ ਵਿਆਹ ਹੋਇਆ ਉਹ ਕਿਹਦੇ ਨਾਲ ਹੋਇਆ? ਪੋਟੀਫਰ ਦੀ ਧੀ ਆਸਨਤ ਦੇ ਨਾਲ ਉਸਦਾ ਵਿਆਹ। ਪੋਟੀਫਰ ਦੀ ਧੀ ਦੇ ਨਾਲ ਉਸਦਾ ਵਿਆਹ, ਔਰ ਪ੍ਰਭੂ ਨੇ ਉਸਨੂੰ ਉੱਚਾ ਚੁੱਕਿਆ। ਸੋ ਆਓ ਹੁਣ ਅਸੀਂ 46 ਆਇਤ ਤੋਂ ਲੈ ਕੇ ਅਸੀਂ ਹੁਣ ਇਸ ਦੇ ਐਂਡ ਤੱਕ ਦੇਖਾਂਗੇ, ਇਸ ਚੈਪਟਰ ਦੇ ਅਖੀਰ ਤੱਕ, ਜਿਸ ਨੂੰ ਮਿਲ ਜਾਏ ਉਸ ਨੂੰ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ। ਯੂਸਫ ਉਸ ਸਮੇਂ 30 ਸਾਲਾਂ ਦਾ ਸੀ ਜਦੋਂ ਉਸਨੂੰ ਫਿਰੌਨ ਨੇ ਮਿਸਰ ਦਾ ਹਾਕਮ ਬਣਾਇਆ। ਯੂਸਫ ਨੇ ਹਾਕਮ ਬਣਦਿਆਂ ਹੀ ਸਾਰੇ ਮਿਸਰ ਦਾ ਦੌਰਾ ਕੀਤਾ। ਪਹਿਲੇ 7 ਸਾਲਾਂ ਵਿੱਚ ਸਾਰੇ ਮਿਸਰ ਵਿੱਚ ਬੇਅੰਤ ਪੈਦਾਵਾਰ ਹੋਈ। ਯੂਸਫ ਨੇ ਯੋਜਨਾ ਅਨੁਸਾਰ ਇਹਨਾਂ 7 ਸਾਲਾਂ ਵਿੱਚ ਸਾਰੇ ਮਿਸਰ ਵਿੱਚੋਂ ਅਨਾਜ ਇਕੱਠਾ ਕਰਕੇ ਸ਼ਹਿਰਾਂ ਦੇ ਸਟੋਰਾਂ ਵਿੱਚ ਜਮ੍ਹਾਂ ਕਰ ਲਿਆ। ਹਰ ਸ਼ਹਿਰ ਵਿੱਚ ਉਸਨੇ ਲਾਗੇ ਦੇ ਸਾਰੇ ਇਲਾਕੇ ਦਾ ਅਨਾਜ ਇਕੱਠਾ ਕੀਤਾ। ਇਸ ਤਰ੍ਹਾਂ ਉਸਨੇ ਬਹੁਤ ਸਾਰਾ ਅਨਾਜ ਇਕੱਠਾ ਕਰ ਲਿਆ। ਅਨਾਜ ਇੰਨਾ ਸੀ ਕਿ ਯੂਸਫ ਦੇ ਲਈ ਉਸਦੀ ਮਿਹਨਤੀ ਰੱਖਣੀ ਵੀ ਔਖੀ ਹੋ ਗਈ। ਅਕਾਲ ਸ਼ੁਰੂ ਹੋਣ ਤੋਂ ਪਹਿਲਾਂ ਯੂਸਫ ਦੇ ਘਰ 2 ਪੁੱਤਰ ਪੈਦਾ ਹੋਏ। ਉਸਦੀ ਪਤਨੀ ਆਸਨਤ ਪੋਟੀਫਰ ਪ੍ਰੋਹਿਤ ਦੀ ਧੀ ਸੀ। ਯੂਸਫ ਨੇ ਆਪਣੇ ਪਹਿਲੇ ਪੁੱਤਰ ਦੇ ਜਨਮ ਤੇ ਕਿਹਾ, ਪਰਮੇਸ਼ਰ ਨੇ ਮੈਨੂੰ ਮੇਰੇ ਸਭ ਦੁੱਖਾਂ ਅਤੇ ਘਰ ਦੇ ਲੋਕਾਂ ਨੂੰ ਭੁੱਲਣ ਦੀ ਸ਼ਕਤੀ ਦਿੱਤੀ ਹੈ। ਇਸ ਲਈ ਉਸਨੇ ਆਪਣੇ ਪਹਿਲੇ ਪੁੱਤਰ ਦਾ ਨਾਮ ਮਨੱਸੇ ਰੱਖਿਆ। ਇਸੇ ਤਰ੍ਹਾਂ ਉਸਨੇ ਆਪਣੇ ਦੂਜੇ ਪੁੱਤਰ ਜਨਮ ਤੇ ਕਿਹਾ, ਪਰਮੇਸ਼ਰ ਨੇ ਮੈਨੂੰ ਮੇਰੇ ਪੂਰੇ ਦੁੱਖਾਂ ਦੇ ਸਮੇਂ ਬੱਚਿਆਂ ਦੀ ਬਰਕਤ ਦਿੱਤੀ ਹੈ। ਇਸ ਲਈ ਉਸਨੇ ਦੂਜੇ ਪੁੱਤਰ ਦਾ ਨਾਮ ਇਫਰਾਇਮ ਰੱਖਿਆ। ਇਸ ਤਰ੍ਹਾਂ ਮਿਸਰ ਤੇ ਆਏ 7 ਚੰਗੇ ਸਾਲ ਖਤਮ ਹੋ ਗਏ। ਫਿਰ ਯੂਸਫ ਦੇ ਦੱਸੇ ਅਨੁਸਾਰ ਅਕਾਲ ਦੇ 7 ਸਾਲ ਸ਼ੁਰੂ ਹੋ ਗਏ। ਹਰ ਦੇਸ਼ ਵਿੱਚ ਅਕਾਲ ਸੀ, ਪਰ ਮਿਸਰ ਵਿੱਚ ਅਜੇ ਵੀ ਭੋਜਨ ਮਿਲ ਸਕਦਾ ਸੀ। ਪਰ ਜਦੋਂ ਮਿਸਰੀ ਭੁੱਖੇ ਮਰਨ ਲੱਗੇ ਤਾਂ ਉਹ ਰਾਜਾ ਫਿਰੌਨ ਕੋਲ ਆ ਕੇ ਭੋਜਨ ਲਈ ਦੁਹਾਈ ਦੇਣ ਲੱਗੇ। ਪਰ ਰਾਜਾ ਨੇ ਲੋਕਾਂ ਨੂੰ ਕਿਹਾ, ਯੂਸਫ ਕੋਲ ਜਾਓ ਅਤੇ ਜੋ ਉਹ ਕਹੇ ਕਰੋ। ਅਕਾਲ ਵੱਧਦਾ ਹੀ ਜਾ ਰਿਹਾ ਸੀ, ਜੋ ਸਾਰੇ ਮਿਸਰ ਵਿੱਚ ਫੈਲ ਗਿਆ। ਤਦ ਯੂਸਫ ਨੇ ਆਪਣੇ ਅਨਾਜ ਦੇ ਭੰਡਾਰ ਖੋਲ ਦਿੱਤੇ ਅਤੇ ਉਹ ਮਿਸਰੀ ਲੋਕਾਂ ਨੂੰ ਭੋਜਨ ਵੇਚਣ ਲੱਗਾ। ਦੂਜੇ ਦੇਸ਼ਾਂ ਤੋਂ ਵੀ ਲੋਕ ਮਿਸਰ ਵਿੱਚ ਅਨਾਜ ਖਰੀਦਣ ਦੇ ਲਈ ਆਉਣ ਲੱਗੇ, ਕਿਉਂਕਿ ਹਰ ਥਾਂ ਅਕਾਲ ਨੇ ਭਿਅੰਕਰ ਰੂਪ ਧਾਰ ਲਿਆ ਸੀ। ਆਮੀਨ। ਹੁਣ ਤੁਸੀਂ ਇਸ ਦੇ ਵਿੱਚ ਇੱਕ ਚੀਜ਼ ਦੇਖਦੇ ਪਏ ਆ ਕਿ ਮਿਸਰ ਦੇ ਲੋਕ, ਯਾਨੀ ਕਿ ਮਿਸਰ ਦੇ ਜਿਹੜੇ ਅਲੱਗ-ਅਲੱਗ ਜਿਹੜੇ ਟੁਕੜੇ ਬਣੇ ਹੋ ਸੀਗੇ, ਔਰ ਬਹੁਤ ਸਾਰੇ ਪ੍ਰਧਾਨ ਜਿਹੜੇ ਬਣ ਕੇ ਬੈਠੇ ਹੋ ਸੀਗੇ, ਉਹਨਾਂ ਦੇ ਕੋਲ ਕੋਈ ਚੋਇਸ ਨਹੀਂ। ਉਹ ਆ ਕੇ ਹੁਣ ਉਸਦੇ ਕੋਲੋਂ ਅਨਾਜ ਲੈ ਰਹੇ। ਉਹਨਾਂ ਰਾਜਾ ਦੇ ਅੱਗੇ ਦੁਹਾਈ ਦਿੱਤੀ। ਰਾਜਾ ਨੇ ਕਿਹਾ ਕਿ ਮੇਰੀ ਰਿਸਪੌਂਸਿਬਿਲਿਟੀ ਨਹੀਂ, ਤੁਸੀਂ ਯੂਸਫ ਦੇ ਕੋਲ ਜਾਓ। ਕਿੰਨੀ ਪ੍ਰਭੂ ਨੇ ਇਸ ਸਮੇਂ 'ਚ ਉਸਨੂੰ ਬਰਕਤ ਦਿੱਤੀ ਹੋਏਗੀ। ਐਗਜ਼ੈਕਟਲੀ 7 ਸਾਲਾਂ ਬਾਅਦ ਇਹ ਹੋਇਆ। ਐਗਜ਼ੈਕਟਲੀ 7 ਸਾਲਾਂ ਦੇ ਬਾਅਦ ਜਿਹੜਾ ਨਾਇਲ ਰਿਵਰ ਦੇ ਵਿੱਚ ਜਿਹੜਾ ਪਾਣੀ ਚੜ੍ਹਨਾ ਉਹ ਬੰਦ ਹੋ ਗਿਆ। ਔਰ ਜੇ ਉਹ ਪਾਣੀ ਨਹੀਂ ਚੜ੍ਹਦਾ ਪਿਆ ਤੇ ਉਹ ਤਾਜ਼ੀ ਮਿੱਟੀ ਲਿਆ ਕੇ ਉਸ ਰੇਤ ਤੇ ਨਹੀਂ ਵਿਛਾਉਂਦਾ ਪਿਆ, ਔਰ ਉਸ ਤੋਂ ਇਲਾਵਾ ਫਸਲ ਹੋ ਨਹੀਂ ਸਕਦੀ, ਕੋਈ ਫਸਲ ਨਹੀਂ ਹੋ ਸਕਦੀ ਉਸ ਤੋਂ ਬਗੈਰ। ਸੋ ਕੀ ਹੋ ਰਿਹਾ ਕਿ ਉਹ ਹੁਣ ਲੋਕ ਜਿਹੜੇ ਮਿਸਰ ਦੇ ਲੋਕ ਸਭ ਤੋਂ ਪਹਿਲਾਂ ਆ ਕੇ ਦੁਹਾਈ ਦੇਣ ਲੱਗੇ। ਉਸਨੇ ਕਿਹਾ, ਠੀਕ ਆ, ਤੁਸੀਂ
ਅਨਾਜ ਤੁਹਾਨੂੰ ਚਾਹੀਦਾ, ਤੁਸੀਂ ਜਾ ਕੇ ਯੂਸਫ ਤੋਂ ਲਓ। ਔਰ ਉਹ ਯੂਸਫ ਤੋਂ ਲੈ ਆ ਕੇ ਅਨਾਜ ਲੈ ਰਹੇ ਔਰ ਉਸਨੇ ਭੰਡਾਰ ਖੋਲ ਦਿੱਤੇ, ਪਰ ਉਹ ਸਾਰਿਆਂ ਨੂੰ ਹੁਣ ਕੀਮਤ ਦੇਣੀ ਪੈ ਰਹੀ। ਦੇਖੋ ਪ੍ਰਭੂ ਨੇ ਕਿੱਦਾਂ ਉਸਦਾ ਸਾਥ ਦਿੱਤਾ, ਕੀ ਦੇਖੋ ਕਿੰਨੀ ਬਰਕਤ ਪ੍ਰਭੂ ਨੇ ਉਸ ਨੂੰ ਦਿੱਤੀ। ਔਰ ਅਸੀਂ ਉਸ ਪ੍ਰਭੂ ਦੇ ਪਿੱਛੇ ਚੱਲਦੇ ਪਏ। ਉਹ ਸਾਡਾ ਪ੍ਰਭੂ ਹੈ, ਅਸੀਂ ਉਸ ਨੂੰ ਆਪਣਾ ਪ੍ਰਭੂ ਕਹਿੰਦੇ, ਇਸ ਬਰਕਤ ਦੇਣ ਵਾਲੇ ਨੂੰ ਅਸੀਂ ਆਪਣਾ ਪ੍ਰਭੂ ਕਹਿੰਦੇ। ਔਰ ਕੀ ਉਹ 7 ਸਾਲ ਜਿਹੜੇ ਸੀਗੇ ਉਹ ਅਕਾਲ ਦੇ 7 ਸਾਲ ਆਏ। ਮੈਂ ਤੁਹਾਨੂੰ ਫੋਟੋ ਘੱਲ ਚੁੱਕਾ ਐਕਚੁਅਲੀ, ਅਗਰ ਤੁਸੀਂ ਉਹ ਦੇਖੋਗੇ ਤਾਂ ਅਸੀਂ ਜਿਸ ਵੇਲੇ ਦੇਖਦੇ ਪਏ ਹਾਂ ਤਾਂ let me show you ਉਹਨਾਂ ਨੂੰ ਪੱਥਰ ਦੇ ਉੱਤੇ ਲਿਖਿਆ ਆਹ ਜਿਹੜਾ ਸਟੀਲਾ ਮਿਲਿਆ, ਜਿਸ ਤੋਂ ਉਹਨਾਂ ਨੇ ਜਿਹੜੀ ਹੈਗੀ ਆ ਇਹ ਸਾਰੀਆਂ ਲਿਖਤਾਂ ਜਿਹੜੀਆਂ ਮਿਲਦੀਆਂ ਪਈਆਂ। ਔਰ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਗਾਡ ਜਿਹੜਾ ਹਾਪੀ ਆ ਉਹਦੇ ਮੂਹਰੇ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਵੀ ਉਹ ਕਿੱਥੇ ਚਲਾ ਗਿਆ, ਔਰ ਇਸ ਅਕਾਲ ਦੇ ਸਮੇਂ ਦੇ ਵਿੱਚ ਉਹ ਕਿੱਥੇ ਚਲਾ ਗਿਆ। ਔਰ ਇਹ ਜਿਹੜਾ ਸਟੀਲਾ ਆ ਜਿਹੜਾ ਦੂਸਰੇ ਪਾਸੇ ਅੱਪਰ ਜਿਹੜਾ ਅੱਪਰ ਉਸਨੂੰ ਕਿਹਾ ਜਾਂਦਾ ਕਿ ਅੱਪਰ ਇਜਿਪਟ ਦੇ ਵਿੱਚ ਜਿਹੜਾ ਕਿੰਗ ਆ, ਜਿਹੜਾ ਫੈਰੋ ਆ ਜਿਸ ਦਾ ਨਾਮ ਡੋਜਰ ਆ, ਉਸਨੇ ਇਹ ਸਟੀਲਾ ਲਿਖਿਆ ਆ ਕਿ ਕਾਲ ਦੇ ਸਮੇਂ ਦੇ ਵਿੱਚ ਜਿਹੜਾ ਗਾਡ ਹਾਪੀ ਆ, ਜਿਹੜਾ ਸਾਨੂੰ ਹਰੇਕ ਸਾਲ ਜਿਹੜਾ ਰਿਵਰ ਨਾਈਲ ਦੇ ਵਿੱਚ ਫਲੱਡ ਲੈ ਕੇ ਆਉਂਦਾ, ਉਹ ਕਿੱਥੇ ਆ। ਉਸਨੇ ਆਪਣੇ ਲੋਕ ਉਸਨੂੰ ਲੱਭਣ ਦੇ ਲਈ ਘੱਲੇ, ਔਰ ਉਹਨਾਂ ਨੇ ਅਖੀਰ ਦੇ ਵਿੱਚ ਕਿਹਾ ਕਿ ਉਹ ਲੋਅਰ ਇਜਿਪਟ ਦੇ ਵਿੱਚ ਬੈਠਾ। ਉਹਨਾਂ ਨੇ ਕਿਹਾ ਕਿ ਜਿਹੜਾ ਹਾਪੀ ਆ ਉਹ ਜਿਹੜਾ ਜਿਸਨੇ ਬਣਾਇਆ ਉਹਦੇ ਰੂਪ ਦੇ ਵਿੱਚ ਉੱਧਰ ਬੈਠਾ ਹੈ। ਸੋ ਸਾਨੂੰ ਅੰਨ ਉੱਥੋਂ ਮਿਲਿਆ। ਸੋ ਹੁਣ ਦੇਖੋ ਕੀ ਹੋਣ ਲੱਗਾ। ਹੁਣ ਇੱਕ ਬਰਕਤ ਦੇਖਿਓ ਜਿਹਦੇ ਨਾਲ ਜਿਹੜਾ ਇਜਿਪਟ ਆ ਉਹ ਇੱਕ ਮਹਾਨ ਦੇਸ਼ ਬਣਨਾ। ਸੋ ਆਓ ਅਸੀਂ 42ਵੇਂ ਭਾਵ ਦੇ ਵਿੱਚ ਆ ਗਏ ਹਾਂ, ਔਰ 42ਵੇਂ ਭਾਵ ਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇਖਾਂਗੇ, ਲੇਕਿਨ ਜਿਹੜੀ ਸਭ ਤੋਂ ਮੇਨ ਚੀਜ਼ ਇਹਨਾਂ ਚੈਪਟਰਾਂ ਦੇ ਵਿੱਚ ਅਸੀਂ ਇਹ ਦੇਖਦੇ ਪਏ ਹਾਂ, ਕਿਸੇ ਦੇ ਕੋਲ ਅੰਨ ਨਹੀਂ। ਜਿੱਦਾਂ ਹੁਣ ਅਸੀਂ ਹਿੰਦੁਸਤਾਨ 'ਚ ਦੇਖਦੇ ਪਏ ਹਾਂ, ਅੱਜ ਆਕਸੀਜਨ ਦੇ ਲਈ ਉੱਥੇ ਜਿੰਨੀ ਵੀ ਕੀਮਤ ਮੰਗਦਾ ਪਿਆ ਲੋਕ ਦਿੰਦੇ ਪਏ ਹਨ। ਉਸ ਆਕਸੀਜਨ ਦੇ ਟੈਂਕ ਨੂੰ 500 ਰੁਪਏ ਦਾ ਕੋਈ ਪੁੱਛਦਾ ਨਹੀਂ ਸੀ। ਅੱਜ ਦੇ ਦਿਨ ਦੇ ਵਿੱਚ ਉਸ ਟੈਂਕ ਨੂੰ 500 ਰੁਪਏ ਦਾ ਕੋਈ ਪੁੱਛਦਾ ਨਹੀਂ ਸੀ। ਔਰ ਅੱਜ ਦੇਖੋ ਉਹੀ 35,000 50,000 ਦਾ ਵਿਕਦਾ। ਜਿਨ੍ਹਾਂ ਦੇ ਘਰ ਕਰੋਨਾ ਗਈ ਵੀ ਨਹੀਂ ਨਾ, ਉਹਨਾਂ ਨੇ ਵੀ ਲੈ ਕੇ ਰੱਖੇ ਹੋਆ, ਤੇ ਪਤਾ ਨਹੀਂ ਕੀ ਹੋਇਆ। ਉਹ ਜਿਹੜਾ ਟੀਕਾ 700 ਰੁਪਏ ਦਾ ਹੁੰਦਾ ਸੀ, ਅੱਜ ਉਹ ਲੱਖ ਰੁਪਏ ਦਾ ਵਿਕਦਾ। ਜਿਹਨੂੰ ਕੋਈ ਪੁੱਛਦਾ ਨਹੀਂ ਸੀ, ਅੱਜ ਉਹ ਲੱਖ ਰੁਪਏ ਦਾ ਵਿਕਦਾ। ਕਿ ਨਹੀਂ? ਆਪਣੀਆਂ ਅੱਖਾਂ ਦੇ ਸਾਹਮਣੇ ਅਸੀਂ ਦੇਖਦੇ ਪਏ ਉਹ ਚੀਜ਼ਾਂ ਹੋ ਰਹੀਆਂ। ਇੱਥੇ ਕੀ ਨਹੀਂ ਹੋ ਰਿਹਾ ਹੋਏਗਾ? ਲੋਕ ਕੀ ਨਹੀਂ ਦੇਣ ਨੂੰ ਤਿਆਰ ਹੋਣਗੇ? everything. ਸੋ ਅਸੀਂ ਅੱਜ ਅਸੀਂ ਇਹ ਦੇਖਦੇ ਪਏ ਹਾਂ ਕਿ ਉਸਨੇ ਸਿਰਫ ਇਹ ਹੀ ਨਹੀਂ ਕਿ ਲੋਕਾਂ ਦੀ ਜਾਨ ਬਚਾਈ, ਉਸਨੇ ਇਜਿਪਟ ਨੂੰ ਇੱਕ ਕਰ ਦਿੱਤਾ ਸਾਰੇ, ਔਰ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਬਣਾਤਾ, ਜਿਸ ਦੇ ਕਾਰਨ ਅੱਜ ਅਸੀਂ ਵੱਡੇ ਜਿਹੜੇ ਉੱਥੇ ਪਿਰਾਮਿਡ ਦੇਖਦੇ ਪਏ ਹਾਂ, ਉਸੇ ਧਨ ਦੇ ਨਾਲ ਬਣੀ, ਉਸੇ ਧਨ ਦੇ ਨਾਲ। ਸਭ ਤੋਂ ਜ਼ਿਆਦਾ ਜਿਹੜੀ ਹਿਸਟਰੀ ਆ ਉਹ ਇਜਿਪਟ ਦੇ ਵਿੱਚ, ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲਾ ਇਤਿਹਾਸ ਜੋ ਹੈ ਉਹ ਇਜਿਪਟ ਦੇ ਵਿੱਚ। ਕਿਉਂ? ਇਸ ਦੇ ਕਾਰਨ ਜੋ ਅਸੀਂ ਪੜ੍ਹਦੇ ਜਿਨ੍ਹਾਂ ਦੀਆਂ ਕਬਰਾਂ ਇੰਨੀਆਂ ਸ਼ਾਨਦਾਰ, ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਏਗੀ ਸੋਚ ਕੇ ਦੇਖੋ। ਜਿਨ੍ਹਾਂ ਦੀ ਕਬਰਾਂ ਇੰਨੀਆਂ ਸ਼ਾਨਦਾਰ,
ਉਹ ਜਿਹਨਾਂ ਚ ਬਹੁਤੀਆਂ ਸਾਨੂੰ ਹਾਲੇ ਲੱਭੀਆਂ ਵੀ ਨਹੀਂ, ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਹੋਈ। That's the main thing. So ਆਓ ਅਸੀਂ 42ਵੇਂ ਭਾਗ ਦੇ ਵਿੱਚ ਚਲੀਏ, ਔਰ 42ਵੇਂ ਭਾਗ ਦੇ ਵਿੱਚ ਅਸੀਂ ਪਹਿਲੀਆਂ 24 1 ਤੋਂ 24 ਜਿਸ ਨੂੰ ਮਿਲ ਜਾਓ। ਮੈਂ ਪੜ੍ਹਦੀ ਹਾਂ। ਫਿਰ ਜਦੋਂ ਯਾਕੂਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸਨੇ ਆਪਣੇ ਪੁੱਤਰਾਂ ਨੂੰ ਕਿਹਾ, ਤੁਸੀਂ ਇੱਥੇ ਕੀ ਕਰ ਰਹੇ ਹੋ? ਮੈਨੂੰ ਪਤਾ ਲੱਗਾ ਹੈ ਕਿ ਮਿਸਰ ਵਿੱਚ ਅਨਾਜ ਹੈ, ਇਸ ਲਈ ਤੁਸੀਂ ਉੱਥੇ ਜਾਓ ਅਤੇ ਸਾਡੇ ਜ਼ਿੰਦਾ ਰਹਿਣ ਦੇ ਲਈ ਕੁਝ ਅਨਾਜ ਮੁੱਲ ਲਿਆਓ। ਇਸ ਲਈ ਯਾਕੂਬ ਦੇ 10 ਪੁੱਤਰ ਮਿਸਰ ਵਿੱਚ ਅਨਾਜ ਖਰੀਦਣ ਦੇ ਲਈ ਗਏ। ਯਾਕੂਬ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਬਿਨਯਾਮੀਨ ਨੂੰ ਬਾਕੀ ਪੁੱਤਰਾਂ ਦੇ ਨਾਲ ਨਾ ਘੱਲਿਆ। ਉਸਨੂੰ ਡਰ ਸੀ ਕਿ ਕਿਤੇ ਉਹ ਵੀ ਜੰਗਲ ਵਿੱਚ ਮਾਰਿਆ ਨਾ ਜਾਵੇ, ਸੋ ਉਸਦੇ ਪੁੱਤਰ ਹੋਰਨਾਂ ਲੋਕਾਂ ਦੇ ਨਾਲ ਅਨਾਜ ਖਰੀਦਣ ਦੇ ਲਈ ਗਏ, ਕਿਉਂਕਿ ਕਨਾਨ ਦੇਸ਼ ਵਿੱਚ ਵੀ ਅਕਾਲ ਪਿਆ ਹੋਇਆ ਸੀ। ਯੂਸਫ ਕੋਲ ਮਿਸਰ ਦੇ ਹਾਕਮ ਹੋਣ ਦੇ ਨਾਤੇ ਸਾਰੇ ਅਨਾਜ ਸੰਬੰਧੀ ਸਭ ਅਧਿਕਾਰ ਸਨ। ਉਹ ਉਸ ਸਮੇਂ ਸਾਰੇ ਲੋਕਾਂ ਨੂੰ ਅਨਾਜ ਵੇਚਦਾ ਸੀ। ਇਸ ਲਈ ਯੂਸਫ ਦੇ ਭਰਾ ਵੀ ਆਏ ਅਤੇ ਉਹਨਾਂ ਯੂਸਫ ਅੱਗੇ ਮੱਥੇ ਟੇਕੇ। ਯੂਸਫ ਨੇ ਉਹਨਾਂ ਨੂੰ ਦੇਖਦਿਆਂ ਹੀ ਪਛਾਣ ਲਿਆ ਕਿ ਉਹ ਉਸਦੇ ਭਰਾ ਹਨ, ਪਰ ਉਸਨੇ ਉਹਨਾਂ ਤੇ ਇਹ ਗੱਲ ਪ੍ਰਗਟ ਨਾ ਹੋਣ ਦਿੱਤੀ, ਸਗੋਂ ਉਹ ਕੁਝ ਜਾਣ ਬੁੱਝ ਕੇ ਉਹਨਾਂ ਨਾਲ ਕੁਝ ਗੁੱਸੇ ਵਿੱਚ ਬੋਲਿਆ, ਤੁਸੀਂ ਕਿੱਥੋਂ ਆਏ ਹੋ? ਉਹਨਾਂ ਨੇ ਉੱਤਰ ਦਿੱਤਾ, ਅਸੀਂ ਕਨਾਨ ਦੇਸ਼ ਤੋਂ ਅਨਾਜ ਖਰੀਦਣ ਦੇ ਲਈ ਆਏ ਹਾਂ। ਯੂਸਫ ਨੇ ਉਹਨਾਂ ਨੂੰ ਪਹਿਲਾਂ ਹੀ ਪਛਾਣ ਲਿਆ ਸੀ, ਪਰ ਉਹਨਾਂ ਨੇ ਯੂਸਫ ਨੂੰ ਨਾ ਪਛਾਣਿਆ। ਉਸਨੇ ਉਸ ਸਮੇਂ ਉਹਨਾਂ ਦੇ ਬਾਰੇ ਦੇਖੇ ਸਭ ਸੁਪਨੇ ਯਾਦ ਆਏ। ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਜਾਸੂਸ ਹੋ? ਤੁਸੀਂ ਸਾਡੇ ਦੇਸ਼ ਦੇ ਜਾਸੂਸੀ ਕਰਨ ਆਏ ਹੋ? ਉਹਨਾਂ ਨੇ ਉੱਤਰ ਦਿੱਤਾ, ਨਹੀਂ ਸ਼੍ਰੀਮਾਨ ਜੀ, ਅਸੀਂ ਤਾਂ ਤੁਹਾਡੇ ਦਾਸ ਹਾਂ। ਅਸੀਂ ਤਾਂ ਕੇਵਲ ਅਨਾਜ ਖਰੀਦਣ ਦੇ ਲਈ ਆਏ ਹਾਂ। ਅਸੀਂ ਸਭ ਸਕੇ ਭਰਾ ਹਾਂ। ਅਸੀਂ ਜਾਸੂਸ ਨਹੀਂ ਹਾਂ, ਅਸੀਂ ਇਮਾਨਦਾਰ ਲੋਕ ਹਾਂ। ਪਰ ਯੂਸਫ ਨੇ ਉੱਤਰ ਦਿੱਤਾ, ਨਹੀਂ, ਇਹ ਸਭ ਝੂਠ ਹੈ। ਤੁਸੀਂ ਤਾਂ ਸਾਡੇ ਦੇਸ਼ ਦੀ ਜਾਸੂਸੀ ਕਰਨ ਆਏ ਹੋ। ਉਹ ਅੱਗੇ ਬੋਲੇ, ਨਹੀਂ ਸ਼੍ਰੀਮਾਨ ਜੀ, ਅਸੀਂ ਸਭ ਭਰਾ ਇੱਕ ਹੀ ਪਿਤਾ ਦੇ ਪੁੱਤਰ ਹਾਂ। ਸਾਡਾ ਦੇਸ਼ ਕਨਾਨ ਹੈ। ਸਭ ਤੋਂ ਛੋਟਾ ਸਾਡੇ ਪਿਤਾ ਕੋਲ ਪਿੱਛੇ ਹੈ ਅਤੇ ਦੂਜਾ ਮਰ ਚੁੱਕਾ ਹੈ। ਪਰ ਯੂਸਫ ਨੇ ਫਿਰ ਹੋਰ ਵੀ ਸ਼ਕਤੀ ਨਾਲ ਕਿਹਾ, ਮੈਂ ਅਜੇ ਵੀ ਤੁਹਾਨੂੰ ਜਾਸੂਸ ਹੀ ਸਮਝਦਾ ਹਾਂ। ਤੁਹਾਡੀ ਪ੍ਰੀਖਿਆ ਲਈ ਜਾਵੇਗੀ। ਇਸ ਦੇ ਲਈ ਤੁਹਾਡੇ ਛੋਟੇ ਭਰਾ ਨੂੰ ਇੱਥੇ ਆਉਣਾ ਪਵੇਗਾ। ਨਹੀਂ ਤਾਂ ਮੈਂ ਫਿਰੌਨ ਦੀ ਸਹੁੰ ਖਾ ਕੇ ਕਹਿੰਦਾ ਹਾਂ, ਤੁਸੀਂ ਇੱਥੇ ਨਹੀਂ ਜਾ ਸਕੋਗੇ, ਇੱਥੋਂ ਨਹੀਂ ਜਾ ਸਕੋਗੇ। ਇਸ ਲਈ ਆਪਣੇ ਵਿੱਚੋਂ ਇੱਕ ਜਨ ਨੂੰ ਉਸਨੂੰ ਲੈਣ ਲਈ ਘੱਲ ਦਿਓ। ਬਾਕੀ ਤੁਸੀਂ ਉਨੇ ਚਿਰ ਦੇ ਲਈ ਹਵਾਲਾਤ ਵਿੱਚ ਰਹੋਗੇ, ਜਦੋਂ ਤੱਕ ਤੁਹਾਡੀ ਕਹੀ ਹੋਈ ਸੱਚਾਈ ਦਾ ਪਤਾ ਨਾ ਲੱਗ ਜਾਵੇ। ਨਹੀਂ ਤਾਂ ਤੁਸੀਂ ਫਿਰੌਨ ਰਾਜਾ ਦੇ ਵਿਰੁੱਧ ਹਮੇਸ਼ਾ ਦੇ ਲਈ ਜਾਸੂਸ ਠਹਿਰੋਗੇ। ਇਹ ਕਹਿ ਕੇ ਯੂਸਫ ਨੇ ਉਹਨਾਂ ਨੂੰ 3 ਦਿਨਾਂ ਦੇ ਲਈ ਹਵਾਲਾਤ ਵਿੱਚ ਬੰਦ ਕਰਵਾ ਦਿੱਤਾ। ਫਿਰ ਤੀਜੇ ਦਿਨ ਯੂਸਫ ਨੇ ਉਹਨਾਂ ਨੂੰ ਕਿਹਾ, ਮੈਂ ਪਰਮੇਸ਼ਵਰ ਨੂੰ ਮੰਨਦਾ ਹਾਂ, ਉਸ ਕਰਕੇ ਤੁਸੀਂ ਆਪਣੀਆਂ ਜਾਨਾਂ ਬਚਾ ਸਕਦੇ ਹੋ। ਜੇਕਰ ਤੁਸੀਂ ਸੱਚਮੁੱਚ ਇਮਾਨਦਾਰ ਹੋ ਤਾਂ ਤੁਹਾਡੇ ਵਿੱਚੋਂ ਕੇਵਲ ਇੱਕ ਜਨ ਹਵਾਲਾਤ ਵਿੱਚ ਰਹੇਗਾ। ਬਾਕੀ ਜੋ ਤੁਸੀਂ ਅਨਾਜ ਖਰੀਦਿਆ ਹੈ, ਉਸ ਨੂੰ ਲੈ ਕੇ ਆਪਣੇ ਭੁੱਖੇ ਮਰਦੇ ਟੱਬਰਾਂ ਕੋਲ ਜਾਓ। ਇਸ ਦੇ ਪਿੱਛੋਂ ਤੁਸੀਂ ਆਪਣੇ ਛੋਟੇ ਭਰਾ ਨੂੰ ਮੇਰੇ ਕੋਲ ਲੈ ਕੇ ਜ਼ਰੂਰ ਆਉਣਾ, ਤਾਂ ਜੋ ਤੁਹਾਡੀਆਂ ਜਾਨਾਂ ਬਚ ਸਕਣ। ਉਹ ਗੱਲ ਮੰਨ ਗਏ। ਫਿਰ ਉਹ ਇੱਕ ਦੂਜੇ ਨੂੰ ਕਹਿਣ ਲੱਗੇ, ਅਸੀਂ ਆਪਣੇ ਭਰਾ ਯੂਸਫ ਦੇ ਕਾਰਨ ਅਪਰਾਧੀ ਹਾਂ। ਅਸੀਂ ਉਸ ਸਮੇਂ ਉਸ ਦੇ ਤਰਲਿਆਂ ਦੀ ਪਰਵਾਹ ਨਾ ਕੀਤੀ। ਇਹੀ ਕਾਰਨ ਹੈ ਕਿ ਸਾਨੂੰ ਹੁਣ ਸਜ਼ਾ ਮਿਲ ਰਹੀ ਹੈ। ਰੂਬੇਨ ਨੇ ਕਿਹਾ, ਮੈਂ ਤੁਹਾਨੂੰ ਸਭ ਨੂੰ ਉਸ ਸਮੇਂ ਮਨ੍ਹਾ ਵੀ ਕੀਤਾ ਸੀ ਕਿ ਅਸੀਂ ਮੁੰਡੇ ਨੂੰ ਕੁਛ ਨਾ ਕਰੀਏ, ਪਰ ਤੁਸੀਂ ਮੇਰੀ ਇੱਕ ਨਾ ਸੁਣੀ। ਹੁਣ ਅਸੀਂ ਆਪਣੇ ਕੀਤੇ ਦਾ ਫਲ ਪਾ ਰਹੇ ਹਾਂ। ਉਹ ਬੇਸ਼ੱਕ ਆਪਣੀ ਭਾਸ਼ਾ ਇਬਰਾਨੀ ਵਿੱਚ ਗੱਲਾਂ ਕਰ ਰਹੇ ਸਨ, ਜੋ ਯੂਸਫ ਸਮਝ ਰਿਹਾ ਸੀ, ਪਰ ਉਹ ਨਹੀਂ ਜਾਣਦੇ ਸਨ ਕਿ ਉਹ ਸਮਝ ਰਿਹਾ ਹੈ, ਕਿਉਂਕਿ ਉਹ ਯੂਸਫ ਨਾਲ ਅਨੁਵਾਦਕ ਦੇ ਰਾਹੀਂ ਗੱਲਾਂ ਕਰ ਰਹੇ ਸਨ। ਯੂਸਫ ਉਹਨਾਂ ਦੀਆਂ ਗੱਲਾਂ ਸੁਣ ਕੇ ਉੱਥੋਂ ਇਕਾਂਤ ਵਿੱਚ ਚਲਾ ਗਿਆ ਅਤੇ ਉੱਥੇ ਜਾ ਕੇ ਰੋਇਆ। ਫਿਰ ਉਹ ਜਦੋਂ ਉਹਨਾਂ ਨਾਲ ਗੱਲਾਂ ਕਰਨ ਦੇ ਯੋਗ ਹੋ ਗਿਆ ਤਾਂ ਉਹ ਵਾਪਸ ਉਹਨਾਂ ਕੋਲ ਆਇਆ। ਉਸਨੇ ਉਹਨਾਂ ਵਿੱਚੋਂ ਸ਼ਮਾਉਨ ਨੂੰ ਚੁਣ ਲਿਆ ਅਤੇ ਉਹਨਾਂ ਦੇ ਸਾਹਮਣੇ ਹੀ ਉਸ ਨੂੰ ਹੱਥਕੜੀਆਂ ਪਾ ਦਿੱਤੀਆਂ। ਹੱਥਕੜੀਆਂ ਪਾ ਦਿੱਤੀਆਂ। ਲੇਕਿਨ ਜਿਹੜੀ ਅਸੀਂ ਮੇਨ ਚੀਜ਼ ਦੇਖਾਂਗੇ, ਉਹ ਦੇਖਾਂਗੇ ਕਿ ਪ੍ਰਭੂ ਜਿਸ ਵੇਲੇ ਕੋਈ ਚੀਜ਼ ਦਿਖਾਉਂਦਾ ਤੇ ਕਿੰਨੀ ਪ੍ਰਸਾਈਜ਼ ਹੁੰਦੀ।
ਟੂ ਦਾ ਪੁਆਇੰਟ ਹੁੰਦੀ। ਪ੍ਰਭੂ ਕਦੀ ਵੀ ਇੱਧਰਲੀਆਂ ਉਧਰਲੀਆਂ ਚੀਜ਼ਾਂ ਨਹੀਂ ਕਰਦਾ। There is no maybe in God. It's either yes or no. So ਅਸੀਂ ਜਿਸ ਵੇਲੇ ਪ੍ਰਭੂ ਦੇ ਵਚਨ ਦੇ ਵਿੱਚ ਆਉਂਦੇ ਹਾਂ ਤੇ ਅਸੀਂ ਇਹ ਦੇਖਦੇ ਪਏ ਹਾਂ, ਅਗਰ ਕੋਈ ਜਾਣਾ ਮੇਰੇ ਨਾਲ ਦੁਆਰਾ ਇਸ ਨੂੰ ਪੜ੍ਹੇ ਕਿ ਜਿਸ ਲਈ ਅਸੀਂ ਇੱਕ ਮਿੰਟ ਠਹਿਰੋ, ਅਸੀਂ ਇਸ ਨੂੰ 5 ਆਇਤ ਤੋਂ ਦੁਆਰਾ ਦੇਖਾਂਗੇ। 5 ਆਇਤ ਤੋਂ 5ਵੀਂ ਆਇਤ ਤੋਂ ਲੈ ਕੇ ਅਸੀਂ ਇਸ ਨੂੰ 5 ਤੋਂ 7 ਤੱਕ ਦੇਖਾਂਗੇ। 5 ਤੋਂ 7 ਦੇ ਅੰਤ ਤੱਕ ਦੇਖਾਂਗੇ ਇਸ ਚੈਪਟਰ ਨੂੰ। ਓਕੇ ਜੀ। ਸੋ ਉਸ ਦੇ ਪੁੱਤਰ ਹੋਰਨਾਂ ਲੋਕਾਂ ਦੇ ਨਾਲ ਅਨਾਜ ਖਰੀਦਣ ਦੇ ਲਈ ਗਏ, ਕਿਉਂਕਿ ਕਨਾਨ ਦੇਸ਼ ਵਿੱਚ ਵੀ ਅਕਾਲ ਪਿਆ ਹੋਇਆ ਸੀ। ਯੂਸਫ ਕੋਲ ਮਿਸਰ ਦੇ ਹਾਕਮ ਹੋਣ ਦੇ ਨਾਤੇ ਸਾਰੇ ਅਨਾਜ ਸੰਬੰਧੀ ਸਭ ਅਧਿਕਾਰ ਸਨ। ਉਹ ਉਸ ਸਮੇਂ ਸਾਰੇ ਲੋਕਾਂ ਨੂੰ ਅਨਾਜ ਵੇਚਦਾ ਸੀ। ਇਸ ਲਈ ਯੂਸਫ ਦੇ ਭਰਾ ਵੀ ਆਏ ਅਤੇ ਉਹਨਾਂ ਯੂਸਫ ਅੱਗੇ ਮੱਥੇ ਟੇਕੇ। ਯੂਸਫ ਨੇ ਉਹਨਾਂ ਨੂੰ ਦੇਖਦਿਆਂ ਹੀ ਪਛਾਣ ਲਿਆ ਕਿ ਉਹ ਉਸ ਦੇ ਭਰਾ ਹਨ, ਪਰ ਉਸਨੇ ਉਹਨਾਂ ਤੇ ਇਹ ਗੱਲ ਪ੍ਰਗਟ ਨਾ ਹੋਣ ਦਿੱਤੀ, ਸਗੋਂ ਉਹ ਕੁਝ ਜਾਣ ਬੁੱਝ ਕੇ ਉਹਨਾਂ ਨਾਲ ਕੁਝ ਗੁੱਸੇ ਵਿੱਚ ਬੋਲਿਆ, ਤੁਸੀਂ ਕਿੱਥੋਂ ਆਏ ਹੋ? ਉਹਨਾਂ ਨੇ ਉੱਤਰ ਦਿੱਤਾ, ਅਸੀਂ ਕਨਾਨ ਦੇਸ਼ ਤੋਂ ਅਨਾਜ ਖਰੀਦਣ ਦੇ ਲਈ ਆਏ ਹਾਂ। ਆਮੀਨ। ਸੋ ਬੇਸਿਕਲੀ ਉਹ ਜਿਹੜੀ ਚੀਜ਼ ਦੇ ਲੈਣ ਆਏ ਆ ਉਹ ਅਨਾਜ ਲੈਣ, ਔਰ ਉਹਨਾਂ ਦੇ ਸਾਰਿਆਂ ਦੀ ਜਿਹੜੇ ਸਿਰ ਆ ਉਹ ਜ਼ਮੀਨ ਦੇ ਉੱਤੇ। ਹੁਣ ਅਨਾਜ ਤੇ ਉਹਨਾਂ ਦੇ ਸਿਰਾਂ ਨੂੰ ਦੇਖੋ। ਹੁਣ ਮੇਰੇ ਨਾਲ ਪਿੱਛੇ ਆ ਜਾਓ 37ਵੇਂ ਭਾਗ ਦੇ ਵਿੱਚ। 37ਵੇਂ ਭਾਗ ਦੇ ਵਿੱਚ ਅਸੀਂ 1 ਤੋਂ ਲੈ ਕੇ 7 ਆਇਤ ਤੱਕ ਦੇਖਾਂਗੇ। ਤੁਸੀਂ ਪੜ੍ਹ ਦਿਓ 1 ਤੋਂ ਲੈ ਕੇ 7 ਆਇਤ ਤੱਕ। ਓਕੇ ਜੀ। ਯਾਕੂਬ ਕਨਾਨ ਦੇਸ਼ ਵਿੱਚ ਹੀ ਵਸ ਗਿਆ। ਉੱਥੇ ਹੀ ਉਸ ਦਾ ਪਿਤਾ ਇਸਾਕ ਰਹਿੰਦਾ ਸੀ। ਯਾਕੂਬ ਦੇ ਟੱਬਰ ਦੀ ਕਹਾਣੀ ਦਾ ਬਿਆਨ ਇਸ ਤਰ੍ਹਾਂ ਹੈ। ਯੂਸਫ ਦੀ ਉਮਰ ਉਸ ਵੇਲੇ 17 ਸਾਲਾਂ ਦੀ ਸੀ। ਉਹ ਆਪਣੇ ਭਰਾਵਾਂ ਦੇ ਨਾਲ ਭੇਡਾਂ ਬੱਕਰੀਆਂ ਚਾਰਿਆ ਕਰਦਾ ਸੀ। ਇਹ ਉਸ ਦੇ ਮਿਤਰਾਈ ਭਰਾ ਸਨ, ਜੋ ਉਸ ਦੀਆਂ ਮਿਤਰਾਈਆਂ ਮਾਮਾ ਬਿਲਹਾਲ ਅਤੇ ਜਿਲਪਾ ਦੀ ਕੁੱਖੋਂ ਪੈਦਾ ਹੋਏ ਸਨ। ਯੂਸਫ ਹਮੇਸ਼ਾ ਆਪਣੇ ਭਰਾਵਾਂ ਦੀਆਂ ਚੰਗੀਆਂ ਮੰਦੀਆਂ ਗੱਲਾਂ ਆਪਣੇ ਪਿਤਾ ਨੂੰ ਦੱਸਦਾ ਹੁੰਦਾ ਸੀ। ਇਸਰਾਇਲ ਅਰਥਾਤ ਯਾਕੂਬ ਯੂਸਫ ਨੂੰ ਆਪਣੇ ਦੂਜੇ ਪੁੱਤਰਾਂ ਨਾਲੋਂ ਅਧਿਕ ਪਿਆਰ ਕਰਦਾ ਸੀ, ਕਿਉਂਕਿ ਯੂਸਫ ਦਾ ਜਨਮ ਉਸ ਦੇ ਬੁਢਾਪੇ ਵਿੱਚ ਹੋਇਆ ਸੀ। ਉਸਨੇ ਯੂਸਫ ਨੂੰ ਇੱਕ ਸੁੰਦਰ ਕੁੜਤਾ ਵੀ ਬਣਾ ਕੇ ਦਿੱਤਾ ਸੀ। ਪਰ ਜਦੋਂ ਯੂਸਫ ਦੇ ਭਰਾਵਾਂ ਨੇ ਇਹ ਦੇਖਿਆ ਕਿ ਉਹਨਾਂ ਦਾ ਪਿਤਾ ਯੂਸਫ ਨੂੰ ਸਭ ਤੋਂ ਅਧਿਕ ਪਿਆਰ ਕਰਦਾ ਹੈ, ਤਾਂ ਉਸ ਨੂੰ ਨਫ਼ਰਤ ਕਰਨ ਲੱਗ ਪਏ। ਇੱਥੋਂ ਤੱਕ ਕਿ ਉਹਨਾਂ ਨੇ ਉਸ ਨਾਲ ਚੰਗੀ ਤਰ੍ਹਾਂ ਬੋਲਣਾ ਵੀ ਛੱਡ ਦਿੱਤਾ। ਤਦ ਯੂਸਫ ਨੂੰ ਇੱਕ ਸੁਪਨਾ ਆਇਆ। ਉਸਨੇ ਇਸ ਬਾਰੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਨੂੰ ਹੋਰ ਘਿਰਣਾ ਕਰਨ ਲੱਗ ਪਏ। ਉਸਨੇ ਆਪਣੇ ਭਰਾਵਾਂ ਨੂੰ ਇਹ ਕਿਹਾ, ਮੇਰਾ ਸੁਪਨਾ ਜੋ ਮੈਂ ਅੱਜ ਰਾਤ ਨੂੰ ਦੇਖਿਆ ਹੈ ਇਸ ਤਰ੍ਹਾਂ ਹੈ। ਅਸੀਂ ਸਭ ਇੱਕ ਖੇਤ ਵਿੱਚ ਭਰੀਆਂ ਬਣ ਰਹੇ ਸਾਂ। ਮੇਰੀ ਭਰੀ ਉਸ ਸਮੇਂ ਖੜੀ ਹੋ ਗਈ ਅਤੇ ਤੁਹਾਡੀਆਂ ਸਭ ਭਰੀਆਂ ਨੇ ਨਿਉ ਕਿ ਮੇਰੀ ਭਰੀ ਨੂੰ ਪ੍ਰਣਾਮ ਕੀਤਾ। ਆਮੀਨ। ਉਸੇ ਅੰਨ ਦੇ ਲਈ ਉਹ ਕਹਿੰਦੇ ਬਹਿ ਕਿ ਕੀ ਸਾਡੇ ਸਿਰ ਤੇਰੇ ਮੋਢੇ ਝੁਕਣਗੇ? ਅਸੀਂ ਤੇਰੇ ਅਧਿਕਾਰੀ ਬਣਾਂਗੇ, ਤੂੰ ਸਾਡਾ ਅਧਿਕਾਰੀ ਬਣੇਗਾ। ਲੇਕਿਨ ਪ੍ਰਭੂ ਦਾ ਦੇਖੋ ਕਿੰਨਾ ਉਸਦਾ ਦਿਖਾਵਾ, ਕਿੰਨਾ ਜਿਹੜਾ ਪ੍ਰਭੂ ਨੇ ਉਸਨੂੰ ਦਿਖਾਇਆ, ਦ੍ਰਿਸ਼ ਦਿਖਾਇਆ, ਉਹ ਕਿੰਨਾ ਪ੍ਰਸਾਈਸ। ਇੱਕ ਭਰੀ ਆ ਜਿਸ ਦੇ ਉੱਤੇ ਅੰਨ, ਔਰ ਉਹਨਾਂ ਦੀਆਂ ਜਿਹੜੀਆਂ ਭਰੀਆਂ ਆ ਉਹ ਵੀ ਅੰਨ, ਔਰ ਯੂਸਫ ਦੀ ਜਿਹੜੀ ਭਰੀ ਆ ਉਹ ਖੜੀ ਆ, ਔਰ ਉਹਨਾਂ ਦੀਆਂ ਭਰੀਆਂ ਨੇ ਆਪਣੇ ਸਿਰ ਨੀਵੇਂ ਕੀਤੇ। ਔਰ ਉਸ ਵੇਲੇ ਉਹ ਕਹਿ ਰਹੇ ਆ, ਉਸ ਵੇਲੇ ਤਾਂ ਉਸਨੇ ਕਿਹਾ ਕਿ ਤੁਹਾਡੀਆਂ ਭਰੀਆਂ ਦੇ ਸਿਰ ਨੀਵੇਂ ਹੋਣਗੇ। ਅੱਜ ਦੇਖੋ ਉਸੇ ਅੰਨ ਦੀ ਖਾਤਰ ਉਹਨਾਂ ਦੇ ਸਿਰ, ਉਸੇ ਅੰਨ ਦੀ ਖਾਤਰ ਉਹਨਾਂ ਦੇ ਸਿਰ ਨੀਵੇਂ। ਔਰ ਪ੍ਰਭੂ ਦਾ ਵਚਨ ਕੀ ਕਹਿ ਰਿਹਾ? ਸੋ ਉਸਦੇ ਪੁੱਤਰ ਹੋਰਨਾਂ ਲੋਕਾਂ ਦੇ ਨਾਲ ਅਨਾਜ ਖਰੀਦਣ ਦੇ ਲਈ ਗਏ, ਕਿਉਂਕਿ ਕਨਾਨ ਦੇਸ਼ ਦੇ ਵਿੱਚ ਅਕਾਲ ਪਿਆ ਹੋਇਆ ਸੀ। ਯੂਸਫ ਕੋਲ ਮਿਸਰ ਦੇ ਹਾਕਮ ਹੋਣ ਦੇ ਕਾਰਨ ਸਾਰੇ ਅਨਾਜ ਸੰਬੰਧੀ ਅਧਿਕਾਰ ਸਨ। ਉਹ ਉਸ ਸਮੇਂ ਸਾਰੇ ਲੋਕਾਂ ਨੂੰ ਅਨਾਜ ਵੇਚਦਾ ਸੀ। ਇਸ ਲਈ ਯੂਸਫ ਦੇ ਭਰਾ ਆਏ ਅਤੇ ਉਹਨਾਂ ਨੇ ਯੂਸਫ ਦੇ ਅੱਗੇ ਮੱਥੇ ਟੇਕੇ। ਯੂਸਫ ਦੇ ਅੱਗੇ ਮੱਥੇ ਟੇਕੇ।
18 ਸਾਲ ਦਾ ਉਸ 17-18 ਸਾਲ ਦੀ ਉਸ ਦੀ ਉਮਰ ਸੀ ਜਿਸ ਲਈ ਉਹ ਕਹਿ ਰਿਹਾ ਸੀ। ਹੁਣ ਅਬਾਊਟ 30-35 ਸਾਲ ਦੀ ਉਹਦੀ ਉਮਰ, ਨਹੀਂ ਪਛਾਣਦੇ। ਲੇਕਿਨ ਦੇਖੋ ਪ੍ਰਭੂ ਨੇ ਕੀ ਕੀਤਾ, ਉਹਨਾਂ ਦੇ ਸਿਰ ਜੋ ਪ੍ਰਭੂ ਨੇ ਕਿਹਾ ਸੀ ਉਦਾਂ ਹੀ ਉਹਨਾਂ ਦੇ ਸਿਰ ਝੁਕੇ ਪਏ। ਔਰ ਕਿਸ ਦੇ ਅੱਗੇ ਝੁਕੇ ਪਏ? ਕੀ ਪ੍ਰਭੂ ਕਿਸੇ ਦਾ ਹੱਕ ਰੱਖਦਾ? ਕਦੀ ਵੀ ਨਹੀਂ। ਕੀ ਪ੍ਰਭੂ ਤੁਹਾਡਾ ਹੱਕ ਰੱਖੇਗਾ? ਮੇਰਾ ਹੱਕ ਰੱਖੇਗਾ? ਕਦੀ ਵੀ ਨਹੀਂ। ਕਿਉਂ? ਕਿਉਂਕਿ ਸਾਡਾ ਜਿਉਂਦਾ ਪ੍ਰਭੂ, ਜਿਉਂਦਾ ਪ੍ਰਭੂ ਸਾਡੀ ਜ਼ਿੰਦਗੀ ਦੇ ਨਾਲ ਚੱਲ, ਉਹ ਅੱਜ ਤੁਹਾਡੇ ਨਾਲ ਚੱਲ ਰਿਹਾ, ਕੱਲ ਨੂੰ ਤੁਹਾਡੀਆਂ ਆਉਣ ਵਾਲੀਆਂ ਉਮਤਾਂ ਦੇ ਨਾਲ ਚੱਲ। That's our God। ਇਹ ਸਾਡਾ ਪ੍ਰਭੂ ਪਰਮੇਸ਼ਵਰ। ਇੱਕ ਭੇਡਾਂ ਚਾਰਨ ਵਾਲੇ ਨੂੰ ਪ੍ਰਭੂ ਨੇ ਕਿੱਥੇ ਪਹੁੰਚਾਤਾ ਕਿ ਉਸਨੇ ਸਾਰਾ ਇਜਿਪਟ ਦਾ ਰਾਜ ਜਿਹੜਾ ਹੈ, ਇਜਿਪਟ ਨੂੰ ਇਸ ਵੇਲੇ ਉਸਨੇ ਉਸ ਇਲਾਕੇ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਰਾਜਾ ਬਣਾ ਦਿੱਤਾ, ਰਾਜ ਬਣਾ ਦਿੱਤਾ। ਔਰ ਕੱਲ ਨੂੰ ਅਸੀਂ ਜਿਹੜੇ ਇਜਿਪਟ ਦੇ ਰਾਜਿਆਂ ਦੀਆਂ ਕਬਰਾਂ ਦੇ ਵਿੱਚੋਂ ਜਿਹੜਾ ਸੋਨਾ ਮਿਲਦਾ ਪਿਆ, ਉਹ ਅਸੀਂ ਦੇਖਾਂਗੇ। ਉਹ ਅਸੀਂ ਦੇਖਾਂਗੇ। ਅਸੀਂ ਤਾਂ ਕਹਿੰਦੇ ਕਿਸੇ ਨੇ ਸੂਈ ਲੈ ਕੇ ਵੀ ਨਹੀਂ ਜਾਣਾ। ਅਸੀਂ ਦੇਖਾਂਗੇ ਉਹਨਾਂ ਦੇ ਨਾਲ ਦੱਬਿਆ ਕੀ ਕੁਛ ਸੀ, ਕਿੰਨਾ ਸੋਨਾ ਉਹਨਾਂ ਦੇ ਨਾਲ ਦੱਬਿਆ ਗਿਆ ਸੀ। ਰੱਥ ਉਹਨਾਂ ਦੇ ਨਾਲ ਦੱਬੇ ਗਏ ਸੀ ਜਿਨ੍ਹਾਂ ਦੇ ਪਹੀਏ ਸੋਨੇ ਦੇ ਸੀ। ਉਹ ਕਿੱਥੋਂ ਆਇਆ ਇੰਨਾ ਧਨ? ਬਾਈ ਦ ਵੇ, ਇਜਿਪਟ ਦੇ ਵਿੱਚ ਤਾਂ ਕੋਈ ਸੋਨੇ ਦੀ ਮਾਂ ਹੀ ਨਹੀਂ ਹੈ ਨੀ। ਸੋਨਾ ਕਿੱਥੋਂ ਆਇਆ? ਕੱਲ ਨੂੰ ਦੇਖਾਂਗੇ। ਉਹ ਸਭ ਕੁਛ ਜੋਸਫ ਨੇ ਇਕੱਠਾ ਕਰਕੇ ਦਿੱਤਾ ਕਿ ਅਫਰੀਕਾ ਤੋਂ ਲੈ ਕੇ ਔਰ ਦੂਸਰੇ ਪਾਸੇ ਈਰਾਨ ਤੱਕ ਜਿਹੜੇ ਲੋਕ ਸੀਗੇ ਉਹ ਇਜਿਪਟ ਦੇ ਵਿੱਚ ਆਉਂਦੇ ਸੀ ਉੱਥੋਂ ਆਨੰਦ ਲੈਣ ਦੀ ਖਾਤਰ। ਜੋ ਕੁਛ ਉਹਨਾਂ ਦੇ ਕੋਲ ਸੀ ਉਹ ਲੈ ਕੇ ਆ ਰਹੇ ਸੀ। ਔਰ ਕੱਲ ਨੂੰ ਅਸੀਂ ਦੇਖਾਂਗੇ ਕਿ ਕਿੱਦਾਂ ਯੂਸਫ ਨੇ ਸਾਰੇ ਇਜਿਪਟ ਨੂੰ ਇਕੱਠਾ ਕਰਕੇ ਉਸ ਨੂੰ ਇੱਕ ਮਜ਼ਬੂਤ ਦੇਸ਼ ਵੀ ਬਣਾ ਦਿੱਤਾ। ਇਹ ਨਹੀਂ ਕਿ ਇਕੱਲਾ ਧਨ ਆਇਆ, ਪਰ ਹੁਣ ਇਜਿਪਟ ਦੇ ਉੱਤੇ ਇੱਕੋ ਹੀ ਰਾਜਾ ਰਾਜ ਕਰਦਾ ਪਿਆ ਸੀ। ਡੋਜਰ ਦਾ ਜਿਹੜਾ ਖਾਨਦਾਨ ਸੀ ਉਹ ਖਤਮ ਹੋ ਗਿਆ, ਪਿੱਛੇ ਰਹਿ ਗਿਆ। ਡੋਜਰ ਨੇ ਉਹ ਕਹਾਣੀ ਲਿਖੀ ਆ ਕਿ ਅਕਾਲ ਪੈ ਗਿਆ। ਉਸ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੇ ਪੁੱਛਿਆ ਗਾਡ ਹਾਪੀ ਕਿੱਥੇ ਹੈ ਇਸ ਵੇਲੇ, ਉਸ ਨੂੰ ਲੱਭਿਆ ਜਾਏ। ਸਾਡੇ ਕੋਲ ਖਾਣ ਨੂੰ ਕੁਛ ਨਹੀਂ ਹੈ। ਈਵਨ ਉਹਨਾਂ ਦੇ ਰਾਜ ਘਰਾਨਿਆਂ ਦੇ ਵਿੱਚ ਖਾਣ ਨੂੰ ਕੁਛ ਨਹੀਂ ਸੀ। ਤਾਂ ਫਿਰ ਆਮ ਲੋਕਾਂ ਨੇ ਕਿਹਾ ਕਿ ਤੁਹਾਨੂੰ ਲੋਅਰ ਇਜਿਪਟ ਦੇ ਵਿੱਚ ਜਾਣਾ ਚਾਹੀਦਾ, ਉਹਨਾਂ ਦੇ ਕੋਲ ਅਨਾਜ ਹੈ। ਡੈਲਟਾ ਦੇ ਵਿੱਚ ਜਾਣਾ ਚਾਹੀਦਾ, ਉੱਥੇ ਉਹਨਾਂ ਦੇ ਕੋਲ ਅਨਾਜ ਹੈ। ਸੋ ਉਹ ਜਿਹੜਾ ਪੱਥਰ ਹੈ, ਜਿਹੜਾ ਸਟੈਲਾ ਆ, ਉਹ ਜਿਹੜਾ ਬਣਿਆ ਆ, ਤੇ ਉਹ ਉਸ ਨੂੰ ਲੱਭਦੇ ਉੱਥੇ ਤੱਕ ਪਹੁੰਚ ਗਏ। ਔਰ ਜੋਸਫ ਨੇ ਆਪਣੀ ਬੁੱਧ ਦੇ ਨਾਲ ਸਾਰੇ ਇਜਿਪਟ ਨੂੰ ਇੱਕ ਇਜਿਪਟ ਬਣਾ ਦਿੱਤਾ। ਕੋਈ ਲੋਅਰ ਨਹੀਂ, ਕੋਈ ਅੱਪਰ ਨਹੀਂ। ਔਰ ਉਸ ਤੋਂ ਬਾਅਦ ਅਸੀਂ ਇਜਿਪਟ ਦਾ ਜਿਹੜਾ ਫਰਾਊਨ ਹੁੰਦਾ ਸੀ ਉਹਦੇ ਸਿਰ ਦੇ ਉੱਤੇ ਇੱਕ ਮੁਕਟ ਨਹੀਂ ਸੀ ਦੇਖਦੇ, ਦੋ ਦੇਖਦੇ ਸੀ। ਮੁਕਟ ਦੇ ਉੱਤੇ ਇੱਕ ਮੁਕਟ ਹੁੰਦਾ ਸੀ, ਇੱਕ ਜਿਹੜਾ ਲੋਅਰ ਇਜਿਪਟ ਨੂੰ ਜਿੱਥੇ ਦਾ ਉਸਦਾ ਰਾਜ ਸੀ, ਦੂਸਰਾ ਅਪਰ ਇਜਿਪਟ ਦਾ ਹੁੰਦਾ ਸੀ। ਇਹਦਾ ਮਤਲਬ ਕਿ ਸਾਰਾ ਜਿਹੜਾ ਦੇਸ਼ ਹੈ ਸੰਯੁਕਤ ਹੋ ਗਿਆ, ਮਜ਼ਬੂਤ ਹੋ ਗਿਆ। ਔਰ ਜਿਸ ਲਈ ਅਸੀਂ ਇਹਨਾਂ ਚੈਪਟਰਾਂ ਦੇ ਅਖੀਰ ਤੱਕ ਪਹੁੰਚਾਂਗੇ ਤਾਂ ਫਿਰ ਅਸੀਂ ਜੋਸਫ ਦੀ ਕਬਰ ਵੀ ਦੇਖਾਂਗੇ ਜਿੱਥੇ ਉਸ ਨੂੰ ਦੱਸਿਆ ਗਿਆ ਸੀ।
ਔਰ ਉਹ ਇਜ਼ਰਾਈਲੀਆਂ ਦੇ ਘਰ ਵੀ ਦੇਖਾਂਗੇ ਜਿਹੜੇ ਉਹਨਾਂ ਨੇ ਬਣਾਏ। ਸੱਚਮੁੱਚ ਪ੍ਰਭੂ ਦਾ ਬਹੁਤ ਵੱਡਾ ਰਹਿਮ ਕਿ ਉਹ ਚੀਜ਼ਾਂ ਅੱਜ ਵੀ ਸਾਡੇ ਲਈ ਉੱਥੇ ਪਈਆਂ ਕਿ ਅਸੀਂ ਉਹਨਾਂ ਨੂੰ ਦੇਖ ਸਕਦੇ। Let us pray. ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੂੰ ਸਾਨੂੰ ਅੱਜ ਮੌਕਾ ਦਿੱਤਾ ਕਿ ਤੇਰੇ ਵਚਨ ਦੇ ਵਿੱਚੋਂ ਮੇਰੇ ਮਾਲਕ ਇਹ ਸਾਰੀਆਂ ਚੀਜ਼ਾਂ ਅਸੀਂ ਦੇਖ ਸਕਦੇ। ਭੇਡਾਂ ਬੱਕਰੀਆਂ ਦੇ ਪਿੱਛੇ ਭੱਜਣ ਵਾਲਾ ਇਨਸਾਨ ਅੱਜ ਕਹਿੰਦੇ ਕਹਾਣੀਆਂ ਦੇ ਸਾਹਮਣੇ, ਉਸਦੇ ਸਾਹਮਣੇ ਪ੍ਰਭੂ ਜੀ ਬਹੁਤਿਆਂ ਲੋਕਾਂ ਦੇ ਸਿਰ ਚੁੱਕੇ। ਇਹ ਪ੍ਰਭੂ ਜੀ ਸਵਾਏ ਤੇਰੀ ਬਰਕਤ ਤੋਂ ਨਹੀਂ ਹੋ ਸਕਦਾ। ਉਹੀ ਪਰਮੇਸ਼ਵਰ ਜੋ ਉਸਦੇ ਨਾਲ ਸੀ ਅੱਜ ਸਾਡੇ ਨਾਲ। ਸੋ ਪਿਆਰੇ ਪ੍ਰਭੂ, ਇਸੇ ਤਰ੍ਹਾਂ ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ ਜਦੋਂ ਤੱਕ ਅਸੀਂ ਦੁਬਾਰਾ ਮਿਲੀਏ। ਮੇਰੇ ਪਿਆਰੇ ਪ੍ਰਭੂ, ਤੇਰਾ ਆਰਾਮ, ਤੇਰੀ ਸ਼ਾਂਤੀ, ਤੇਰੀ ਦਇਆ, ਤੇਰਾ ਪਿਆਰ ਔਰ ਤੇਰੀ ਨਿਗਾਹਬਾਨੀ ਇਸੇ ਤਰ੍ਹਾਂ ਸਾਡੇ ਨਾਲ, ਸਾਡੇ ਬੱਚਿਆਂ ਦੇ ਨਾਲ ਔਰ ਸਾਡੇ ਪਿਆਰਿਆਂ ਦੇ ਨਾਲ। ਇੱਕ ਵਾਰ ਫਿਰ ਪ੍ਰਭੂ ਜੀ ਦੁਆ ਕਰਦੇ ਹਾਂ ਆਪਣੇ ਦੇਸ਼ ਦੇ ਲਈ, ਹਿੰਦੁਸਤਾਨ ਦੇ। ਖੁਦਾਵੰਦ ਤੂੰ ਆਪਣੀ ਰਹਿਮ ਦੀ ਨਜ਼ਰ ਉੱਥੇ ਲੈ ਕੇ ਆ। ਪਿਆਰੇ ਪ੍ਰਭੂ, ਹਾਂ ਤੇਰਾ ਵਚਨ ਸੱਚ, ਉਸਦਾ ਅਸੀਂ ਚਿੰਨ੍ਹ ਦੇਖ ਲਿਆ। ਅਸੀਂ ਵਿਸ਼ਵਾਸੀਆਂ ਨੇ ਉਹ ਚਿੰਨ੍ਹ ਦੇਖ ਲਿਆ ਕਿ ਜਦ ਅਸੀਂ ਤੇਰੇ ਵਚਨ ਦੇ ਵਿੱਚ ਇਹ ਦੇਖਦੇ ਹਾਂ, ਇੱਕ ਪੀਲੇ ਰੰਗ ਦਾ ਘੋੜਾ ਆਏਗਾ ਔਰ ਬਿਮਾਰੀ ਲੈ ਕੇ ਆਏਗਾ, ਮੌਤ ਲੈ ਕੇ ਆਏਗਾ। ਉਸਦਾ ਛੋਟਾ ਜਿਹਾ ਚਿੰਨ੍ਹ ਤੂੰ ਸਾਨੂੰ ਦਿਖਾਇਆ ਕਿ ਤੇਰਾ ਵਚਨ ਸੱਚਾ। ਔਰ ਪਿਆਰੇ ਪ੍ਰਭੂ, ਅਸੀਂ ਤੇਰਾ ਵਿਸ਼ਵਾਸ ਕਰਦੇ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਬਹੁਤ ਅੱਗੇ ਸਮਝਦੇ ਹਾਂ, ਲੇਕਿਨ ਖੁਦਾਵੰਦ ਸਾਨੂੰ ਸਭ ਕੁਛ ਨਹੀਂ। ਅਸੀਂ ਆਪਣੀ ਜਾਨ ਨਹੀਂ ਬਚਾ ਸਕਦੇ, ਸਾਡੀ ਜਾਨ ਤੂੰ ਹੀ ਦਿੱਤੀ ਹੈ, ਤੂੰ ਹੀ ਇਸ ਨੂੰ ਬਚਾ। ਸੋ ਪਿਆਰੇ ਪ੍ਰਭੂ, ਸਾਡੇ ਸਾਥ ਦੇ ਹੁਣ ਤੋਂ ਲੈ ਕੇ ਜਦ ਤੱਕ ਅਸੀਂ ਮਿਲੀਏ, ਤੇਰੀ ਹਜ਼ੂਰੀ ਸਾਨੂੰ ਸੰਭਾਲ ਕੇ ਰੱਖੇ। ਮਸੀਹ ਯਿਸੂ ਦੇ ਮਿੱਠੇ ਔਰ ਸਾਰੇ ਬਲੈਸ ਯੂ। ਖੁਦਾਵੰਦ ਤੁਹਾਨੂੰ ਬਰਕਤ ਦੇ। ਔਰ ਕੱਲ ਨੂੰ ਸੇਮ ਟਾਈਮ ਮਿਲਾਂਗੇ ਔਰ ਕੱਲ ਨੂੰ ਇਸ ਵਚਨ ਦੇ ਵਿੱਚੋਂ ਅਸੀਂ ਹੋਰ ਬਹੁਤ ਸਾਰੀਆਂ ਚੀਜ਼ਾਂ ਦੇਖਾਂ, ਕਿਉਂਕਿ ਹੁਣ ਤੋਂ ਸ਼ੁਰੂ ਹੋ ਗਿਆ। ਹੁਣ ਅਸੀਂ ਵੱਡੀਆਂ ਚੀਜ਼ਾਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਾਂਗੇ। ਬਲੈਸ ਯੂ। ਪ੍ਰਭੂ ਧੰਨਵਾਦ।